ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਆਵਰ ਚੈਨਲ। ਸੋ ਸਟੂਡੈਂਟਸ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਵਧੀਆ ਹੋਵੋਗੇ ਤੇ ਵਧੀਆ ਪੜ੍ਹਾਈ ਕਰਦੇ ਹੋਵੋਗੇ। 12th ਕਲਾਸ ਦੇ ਵਿੱਚ ਹੋ ਗਏ ਆ ਤੁਸੀਂ ਤੇ ਹੁਣ ਬਹੁਤ ਇੰਜੋਏ ਕਰ ਰਹੇ ਹੋਵੋਗੇ ਆਪਣੀ ਨਵੀਂ ਸਟੱਡੀ ਨੂੰ। ਆਈ ਹੋਪ ਕਈਆਂ ਲਈ ਇੰਗਲਿਸ਼ ਈਜ਼ੀ ਹੋਊਗੀ ਤੇ ਕਈਆਂ ਲਈ ਇੰਗਲਿਸ਼ ਬਹੁਤ ਡਿਫਿਕਲਟ ਹੋਊਗਾ ਇਹ ਸਬਜੈਕਟ। ਬਟ ਮੈਂ ਤੁਹਾਡੇ ਲਈ ਆਲਵੇਜ਼ ਟਰਾਈ ਕਰਦੀ ਹਾਂ ਕਿ ਮੈਂ ਤੁਹਾਨੂੰ ਡੀਪਲੀ ਇੱਕ ਵਰਡ ਦੀ ਜਿਹੜੀ ਕਿ ਸੈਂਟੈਂਸ ਨੂੰ ਵਰਡ ਨੂੰ ਚੰਗੀ ਤਰ੍ਹਾਂ ਸਮਝਾਵਾਂ, ਪੰਜਾਬੀ 'ਚ ਟਰਾਂਸਲੇਟ ਕਰਾਂ। ਉਹਦਾ ਰੀਜ਼ਨ ਇਹ ਹੈ ਕਿ ਬਹੁਤ ਸਾਰੇ ਬੱਚੇ ਸੋਚਦੇ ਹੋਣੇ ਮੈਡਮ ਤਾਂ ਬਹੁਤ ਟਾਈਮ ਲਗਾ ਕੇ ਯਾਨੀ ਕਿ ਵੀਡੀਓ ਨੂੰ ਲੌਂਗ ਕਰਕੇ ਬਣਾਉਂਦੇ ਆ, ਸਾਡਾ ਟਾਈਮ ਵੇਸਟ ਹੋ ਜਾਂਦਾ ਇਹ ਆ ਉਹ। ਬਟ ਮੇਰਾ ਮੋਟਿਵ ਕਦੇ ਵੀ ਇਹ ਨਹੀਂ ਹੁੰਦਾ ਕਿ ਮੈਂ ਸਿਰਫ ਇੱਕ ਪਰਟੀਕੂਲਰ ਬੱਚੇ ਨੂੰ ਪੜ੍ਹਾਵਾਂ। ਮੇਰਾ ਮੋਟਿਵ ਇਹ ਹੁੰਦਾ ਮੈਨੂੰ ਸੁਣਨ ਵਾਲੇ, ਮੈਨੂੰ ਪੜ੍ਹਨ ਵਾਲੇ ਬੱਚੇ ਹਰ ਇੱਕ ਟਾਈਪ ਦੇ ਆ, ਠੀਕ ਆ। ਕੋਈ ਬੱਚਾ ਜਿਹੜਾ ਬਹੁਤ ਇੰਟੈਲੀਜੈਂਟ ਆ, ਕਿਸੇ ਨੂੰ ਬਹੁਤ ਜਲਦੀ ਸਮਝ ਲੱਗਦੀ, ਕਿਸੇ ਨੂੰ ਨਹੀਂ ਸਮਝ ਲੱਗਦੀ, ਅਤੇ ਕਿਸੇ ਨੂੰ ਕਈ ਸਲੋ ਲਰਨਰ ਆ, ਉਹਨਾਂ ਦੇ ਲਈ ਬੈਨੀਫਿਸ਼ੀਅਲ ਹੁੰਦੀਆਂ ਮੇਰੀਆਂ ਵੀਡੀਓ ਸਪੈਸ਼ਲੀ, ਕਿਉਂਕਿ ਮੈਂ ਬਹੁਤ ਸਲੋ ਅਤੇ ਆਰਾਮ ਨਾਲ ਸਮਝਾਉਂਦੀ, ਮੈਨੂੰ ਕੋਈ ਰਸ਼ ਨਹੀਂ ਹੁੰਦਾ ਪੜ੍ਹਾਉਣ ਦਾ, ਰਾਈਟ। ਇਸ ਕਰਕੇ ਬੱਚੇ ਜਿਹੜੇ ਆ ਉਹ ਇੰਜੋਏ ਕਰਦੇ ਆ। ਸੋ ਆਪਾਂ ਜਿਹੜੀ ਅੱਜ ਦੀ ਪੋਇਮ ਕਰਨੀ ਆ ਲਰਨ, ਉਹਦਾ ਨਾਮ ਹੈਗਾ ਫਾਦਰ ਰਿਟਰਨਿੰਗ ਹੋਮ। 12th ਕਲਾਸ ਦੀ ਪੋਇਮ ਆ। ਕਈ ਹੋਰ ਬੱਚਿਆਂ ਨੂੰ ਛੋਟੀਆਂ ਕਲਾਸਿਸ ਦੇ ਵਿੱਚ ਵੀ ਇਹ ਪੋਇਮਸ ਲੱਗ ਜਾਣੀਆਂ। ਫਾਦਰ ਰਿਟਰਨਿੰਗ ਹੋਮ ਜਿਹੜੀ ਪੋਇਮ ਹੈ ਇਹਨੂੰ ਪੰਜਾਬੀ 'ਚ ਸਮਝਦੇ ਹਾਂ। ਸਾਰਾ ਕੁਛ ਇਹਦੇ ਵਿੱਚ ਹੋਏਗਾ, ਸੈਂਟਰਲ ਆਈਡੀਆ ਵੀ ਹੋਊਗਾ, ਸਟੈਂਜਾਸ ਵੀ ਕਰਵਾਏ ਜਾਣਗੇ। ਪੂਰੀ ਇੱਕ ਆਹ ਵੀਡੀਓ ਦੇਖ ਕੇ ਤੁਹਾਨੂੰ ਸਾਰਾ ਪੋਇਮ ਦਾ ਕਨਸੈਪਟ ਕਲੀਅਰ ਹੋ ਜਾਊਗਾ। ਤਾਂ ਦੇਖਦੇ ਹਾਂ ਫਿਰ ਵੀਡੀਓ ਨੂੰ ਸਾਰੀ, ਠੀਕ ਹੈ। ਸੋ ਸਟੂਡੈਂਟਸ, ਆਪਾਂ ਸਟਾਰਟ ਕਰਨਾ ਆ ਪਹਿਲਾਂ ਫਸਟ ਜਿਹੜਾ ਪੈਸੇਜ ਆ, ਫਸਟ ਸਟੈਂਜੇ ਤੋਂ। My father travels on the late evening train, standing among silent commuters in the yellow light. ਦੇਖੋ ਬੱਚੇ, ਇੱਥੇ ਇਹ ਜਿਹੜੀ ਪੋਇਮ ਆ ਨਾ, ਇਹ ਇੱਕ ਬੱਚਾ ਯਾਨੀ ਕਿ ਕਵੀ ਜਿਹੜਾ ਆ ਉਹ ਆਪ ਲਿਖ ਰਿਹਾ, ਆਪ ਦੱਸ ਰਿਹਾ, ਬਿਆਨ ਕਰ ਰਿਹਾ ਕਿਹਦੇ ਬਾਰੇ? ਆਪਣੇ ਫਾਦਰ ਬਾਰੇ। ਇਹ ਗੱਲ ਯਾਦ ਰੱਖਣੀ ਆ। ਕਵੀ ਆਪਣੇ ਫਾਦਰ ਬਾਰੇ ਇਸ ਗੱਲ ਨੂੰ, ਮਤਲਬ ਇਹ ਪੋਇਮ ਨੂੰ ਜਿਹੜੀ ਆ ਐਕਸਪਲੇਨ ਕਰ ਰਿਹਾ ਉਹਨਾਂ 'ਤੇ। ਇਹ ਪੋਇਮ ਆ ਉਹਨਾਂ ਦੇ ਫਾਦਰ 'ਤੇ। ਕਹਿੰਦੇ ਮਾਈ ਫਾਦਰ ਟਰੈਵਲਸ ਔਨ ਦਾ ਲੇਟ ਈਵਨਿੰਗ ਟ੍ਰੇਨ। ਮੇਰੇ ਫਾਦਰ ਜਿਹੜੇ ਲੇਟ ਈਵਨਿੰਗ ਦੇ ਵਿੱਚ, ਰਾਤ ਦੇ ਸਮੇਂ ਦੇ ਵਿੱਚ ਟ੍ਰੇਨ 'ਚ ਸਫ਼ਰ ਕਰ ਰਹੇ ਸੀ, ਬੇਸਿਕਲੀ ਕੰਮ ਤੋਂ ਵਾਪਸ ਆ ਰਹੇ ਸੀ। ਸਟੈਂਡਿੰਗ ਅਮੰਗ ਸਾਇਲੈਂਟ ਕਮਿਊਟਰਸ ਇਨ ਦ ਯੈਲੋ ਲਾਈਟ। ਕਹਿੰਦੇ ਉਹ ਕਮਿਊਟਰਸ ਕੀ ਹੁੰਦੇ? ਯਾਤਰੀ। ਕਹਿੰਦੇ ਹੋਰ ਯਾਤਰੀਆਂ ਦੇ ਵਿੱਚ ਸਾਇਲੈਂਟਲੀ ਮਤਲਬ ਚੁੱਪ-ਚਾਪ ਖੜੇ ਹੋਏ ਨੇ, ਜਿੱਥੇ ਕਿ ਉਹ ਥੋੜ੍ਹੀ ਜਿਹੀ ਯੈਲੋ ਲਾਈਟ ਉਹਨਾਂ 'ਤੇ ਪੈ ਰਹੀ ਆ, ਪੀਲੇ ਰੰਗ ਦੀ ਰੋਸ਼ਨੀ ਉਹਨਾਂ 'ਤੇ ਪੈ ਰਹੀ ਹੈ, ਅਤੇ ਉਹ ਉੱਥੇ ਖੜੇ ਨੇ ਚੁੱਪ-ਚਾਪ। ਸਬਬਸ ਅਸਾਈਡ ਪਾਸਟ ਹਿਜ਼ ਅਨਸੀਇੰਗ ਆਈਜ਼। ਕਹਿੰਦੇ ਸਬਬਸ ਕੀ ਹੁੰਦਾ? ਸਬਬਸ ਹੁੰਦਾ ਯਾਨੀ ਕਿ ਅਰਬਨ ਜਾਂ ਟਾਊਨ ਏਰੀਆ ਤੋਂ ਸਾਈਡ ਵਾਲਾ ਏਰੀਆ, ਮੇਨ ਜਿਹੜਾ ਸੈਂਟਰ ਏਰੀਆ ਹੁੰਦਾ, ਜਿੱਥੇ ਆਪਾਂ ਕਹਿ ਦਿੰਦੇ ਕਿ ਆਹ ਸ਼ਹਿਰ ਆ। ਸ਼ਹਿਰ ਤੋਂ ਇੱਕ ਪਾਸੇ ਵਾਲਾ ਏਰੀਆ ਜਿਹੜਾ ਸਾਈਡ 'ਤੇ ਆ ਜਾਂਦਾ, ਜਿਹੜਾ ਨਾ ਤਾਂ ਟਾਊਨ 'ਚ ਆਉਂਦਾ ਆ, ਨਾ ਤਾਂ ਉਹ ਪਿੰਡ ਦੇ ਵਿੱਚ ਆਉਂਦਾ, ਉਹ ਏਰੀਆ, ਠੀਕ ਆ, ਉਹਨੂੰ ਕਹਿੰਦੇ ਸਬਬਸ। ਕਹਿੰਦੇ ਇਹੋ ਜਿਹੇ ਏਰੀਆ ਨੂੰ ਉਹ ਕੀ ਆ, ਅੱਖਾਂ ਦੇ ਨਾਲ ਦੇਖ ਰਹੇ ਆ, ਕਿਉਂਕਿ ਓਬਵੀਅਸਲੀ ਹੁਣ ਉਹ ਟ੍ਰੇਨ ਦੇ ਵਿੱਚ ਆ ਤਾਂ ਸਾਈਡ ਤੋਂ ਦੇਖ ਰਹੇ ਆ ਸਾਰਾ ਏਰੀਆ, ਠੀਕ ਆ। ਤਾਂ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਦੇਖਦੀਆਂ ਹੋਈਆਂ ਅੱਗੇ ਜਾ ਰਹੀਆਂ ਆ। ਹਿਜ਼ ਸ਼ਰਟ ਐਂਡ ਪੈਂਟਸ ਆਰ ਸੌਗੀ ਐਂਡ ਹਿਜ਼ ਬਲੈਕ ਰੇਨਕੋਟ ਸਟੇਨਡ ਵਿਦ ਮਡ। ਕਹਿੰਦੇ ਉਹਨਾਂ ਦੀ ਜਿਹੜੀ ਸ਼ਰਟ ਆ ਅਤੇ ਪੈਂਟਸ ਆ ਉਹ ਕੀ ਗਿੱਲੀਆਂ ਹੋਈਆਂ ਪਈਆਂ, ਅਤੇ ਉਹਨਾਂ ਦਾ ਜਿਹੜਾ ਬਲੈਕ ਰੇਨਕੋਟ ਆ ਉਹ ਕੀ ਹੋਇਆ ਪਿਆ? ਮਡ ਦੇ ਨਾਲ, ਚਿੱਕੜ ਦੇ ਨਾਲ। ਮਡ ਕੀ ਹੁੰਦਾ? ਚਿੱਕੜ। ਮਡ ਦੇ ਨਾਲ ਕੀ ਆ? ਪੂਰਾ ਲਿਬੜਿਆ ਹੋਇਆ ਆ। ਐਂਡ ਹਿਜ਼ ਬੈਗ ਸਟਫਡ ਵਿਦ ਬੁੱਕਸ ਇਜ਼ ਫਾਲਿੰਗ ਅਪਾਰਟ। ਅਤੇ ਕਹਿੰਦੇ ਉਹਨਾਂ ਦਾ ਜਿਹੜਾ ਬੈਗ ਉਹਨਾਂ ਨੇ ਹਮੇਸ਼ਾ ਚੱਕਿਆ ਹੁੰਦਾ ਆ, ਉਸ ਬੈਗ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਸਟਫਡ ਆ, ਬਹੁਤ ਸਾਰੀਆਂ ਬੁੱਕਸ ਭਰੀਆਂ ਹੋਈਆਂ। ਜਿਹੜਾ ਬੈਗ ਕੀ ਨਜ਼ਰ ਆ ਰਿਹਾ ਆ? ਫਟਦਾ ਹੋਇਆ ਨਜ਼ਰ ਆ ਰਿਹਾ ਕਿ ਇਹ ਬੈਗ ਕੀ ਹੋ ਰਿਹਾ ਆ? ਮਤਲਬ ਮੀਨਸ ਕਿ ਫਟ ਰਿਹਾ ਆ, ਠੀਕ ਹੈ। ਸੋ ਨੈਕਸਟ ਸਟੈਂਜਾ ਨੰਬਰ 2। ਹਿਜ਼ ਆਈਜ਼ ਡਿਮਡ ਬਾਈ ਏਜ। ਕਹਿੰਦੇ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਨਜ਼ਰ ਜਿਹੜੀ ਆ ਉਹ ਡਿਮ ਹੋ ਰਹੀ ਹੈ, ਘਟ ਰਹੀ ਆ। ਫੇਸ ਹੋਮਵਰਡ ਥਰੂ ਦਾ ਹਿਊਮਿਡ ਮੌਨਸੂਨ ਨਾਈਟ। ਕਹਿੰਦੇ ਮੌਨਸੂਨ ਨਾਈਟ ਦੇ ਵਿੱਚ, ਹਿਊਮਿਡ ਮਤਲਬ ਇੱਕ ਨਮ ਜਿਹੜੀ ਆ, ਮੌਨਸੂਨ ਨਾਈਟ ਇੱਕ ਮੌਨਸੂਨ ਰਾਤ ਆ ਜਿਹੜੀ ਜਿਹਦੇ ਵਿੱਚ ਬਾਰਿਸ਼ ਹੁੰਦੀ ਆ, ਉਹਦੇ ਵਿੱਚ ਉਹ ਆਸਮਾਨ ਨੂੰ ਉਹਨਾਂ ਦਾ ਫੇਸ ਜਿਹੜਾ ਉਹ ਦੇਖ ਰਿਹਾ ਆ। ਸੌਰੀ। ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦ ਟ੍ਰੇਨ। ਕਹਿੰਦੇ ਮੈਂ ਹੁਣ ਉਹਨਾਂ ਨੂੰ ਦੇਖ ਸਕਦਾ ਆ। ਕੈਨ ਮਤਲਬ ਸਕਦਾ। ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦ ਟ੍ਰੇਨ। ਕਹਿੰਦੇ ਮੈਂ ਹੁਣ ਉਹਨਾਂ ਨੂੰ ਦੇਖ ਸਕਦਾ ਕਿ ਉਹ ਟ੍ਰੇਨ ਤੋਂ
ਬਾਹਰ ਆ ਰਿਹਾ। ਗੈਟਿੰਗ ਆਫ ਦਾ ਕੀ ਮਤਲਬ ਆ, ਬਾਹਰ ਆਉਣਾ, ਠੀਕ ਹੈ, ਕਿ ਉਹ ਟ੍ਰੇਨ ਤੋਂ ਬਾਹਰ ਆ ਰਿਹਾ। ਲਾਈਕ ਅ ਵਰਡ ਡ੍ਰੌਪਡ ਫਰੋਮ ਅ ਲੌਂਗ ਡਿਸਟੈਂਸ, ਇਸ ਤਰ੍ਹਾਂ ਜਿਵੇਂ ਕਿ ਇੱਕ ਸ਼ਬਦ ਡਿੱਗਦਾ ਆ ਇੱਕ ਵੱਡੇ ਸਾਰੇ ਸੈਂਟੈਂਸ ਤੋਂ ਬਾਅਦ। He hurries across the length of the grey platform, ਕਹਿੰਦੇ ਹਰੀਜ਼ ਹੁੰਦਾ ਜਲਦੀ ਜਲਦੀ ਜਾਣਾ, ਠੀਕ ਹੈ, ਜਲਦੀ ਜਲਦੀ ਦੇ ਵਿੱਚ ਕੀ ਆ, ਪਲੇਟਫਾਰਮ ਨੂੰ ਪਾਰ ਕਰਦੇ ਹੋਏ ਨਜ਼ਰ ਆਉਂਦੇ ਆ। crosses the railway line, ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਆ ਤੇ ਐਂਟਰ ਕਿੱਥੇ ਕਰਦੇ ਆ, ਲੇਨ ਦੇ ਵਿੱਚ, ਗਲੀ ਦੇ ਵਿੱਚ ਐਂਟਰ ਕਰਦੇ, ਜਿੱਥੇ ਕਿ ਉਹਨਾਂ ਦਾ ਬੇਸਿਕਲੀ ਘਰ ਆ, ਉਸ ਲੇਨ ਦੇ ਵਿੱਚ ਉਹ ਐਂਟਰ ਕਰਦੇ ਆ। ਹਿਸ ਚੱਪਲਸ ਆਰ ਸਟਿਕੀ ਕੀ ਹੁੰਦਾ, ਲਾਈਕ ਚਿਪਕੀਆਂ ਹੋਈਆਂ, ਚਿਪ ਕਰਨਾ, ਲਾਈਕ ਭਰੀਆਂ ਹੋਈਆਂ ਪੂਰੀ ਤਰ੍ਹਾਂ, ਸਟਿਕੀ ਵਿਦ ਮਡ ਬਟ ਹੀ ਹਰੀਜ਼ ਫਾਰਵਰਡ, ਕਹਿੰਦੇ ਉਹਨਾਂ ਦੀਆਂ ਚੱਪਲਾਂ ਮਡ ਦੇ ਨਾਲ ਪੂਰੀ ਤਰ੍ਹਾਂ ਭਰੀਆਂ ਹੋਈਆਂ ਬਟ ਫਿਰ ਵੀ ਉਹ ਅੱਗੇ ਹੀ ਵੱਧਦੇ ਜਾ ਰਹੇ ਆ, ਮਤਲਬ ਅੱਗੇ ਜਾਣ ਦੀ ਉਹਨਾਂ ਨੂੰ ਕਾਹਲੀ ਆਪਣੇ ਘਰ। ਹੋਮ ਅਗੇਨ ਆਈ ਸੀ ਹਿਮ ਡਰਿੰਕਿੰਗ ਵੀਕ ਟੀ, ਈਟਿੰਗ ਅ ਸਟੇਲ ਚਪਾਤੀ, ਰੀਡਿੰਗ ਅ ਬੁੱਕ, ਕਹਿੰਦੇ ਉਹਨਾਂ ਦੇ ਫਾਦਰ ਸਾਹਿਬ, ਪੋਇਟ ਦੇ ਫਾਦਰ ਸਾਹਿਬ ਘਰ ਵਾਪਸ ਆ ਜਾਂਦੇ ਨੇ ਤੇ ਕਹਿੰਦਾ ਮੈਂ ਉਹਨਾਂ ਨੂੰ ਦੇਖਦਾ ਆ ਕਿ ਉਹ ਵੀਕ ਟੀ ਪੀ ਰਹੇ ਹੁੰਦੇ। ਵੀਕ ਟੀ ਕੀ ਹੁੰਦਾ, ਲਾਈਕ ਇੱਕ ਸਟਰੋਂਗ ਚਾਹ ਨਹੀਂ ਪੀ ਰਹੇ ਸੀ, ਇੱਕ ਹਲਕੀ ਜਿਹੀ ਚਾਹ ਪੀ ਰਹੇ ਸੀ, ਲਾਈਟ ਜਿਹੀ, ਤੇ ਉਹ ਕੀ ਖਾ ਰਹੇ ਸੀ, ਸਟੇਲ ਹੁੰਦਾ ਬੇਹੀਆਂ, ਬਾਸੀਆਂ ਬੇਹੀਆਂ ਜਿਹੜੀਆਂ ਰੋਟੀਆਂ ਖਾ ਰਹੇ ਸੀ ਉਹ, ਤੇ ਨਾਲ ਦੀ ਨਾਲ ਬੁੱਕ ਰੀਡ ਕਰ ਰਹੇ ਸੀ। ਹੀ ਗੋਜ਼ ਇਨਟੂ ਦ ਟੋਇਲਟ ਟੂ ਕੰਟੈਂਪਲੇਟ, ਕਹਿੰਦੇ ਉਹ ਟੋਇਲਟ ਜਾਂਦੇ ਆ ਕੰਟੈਂਪਲੇਟ ਕਰਨ ਲਈ, ਕਹਿੰਦੇ ਸ਼ਾਇਦ ਮੈਨੂੰ ਇੱਦਾਂ ਲੱਗਦਾ ਮੇਰਾ ਫਾਦਰ ਸਾਹਿਬ ਟੋਇਲਟ ਗਿਆ, ਕਿਉਂ ਗਿਆ, ਉਹ ਕੁਝ ਸੋਚ ਵਿਚਾਰ ਕਰਨ ਲਈ ਉੱਥੇ ਗਏ ਉਹ, ਠੀਕ ਹੈ। ਕੰਟੈਂਪਲੇਟ ਮੀਨਸ ਸੋਚਣਾ, ਸੋਚ ਵਿਚਾਰ ਕਰਨਾ। ਕਿਸ ਚੀਜ਼ ਤੇ ਸੋਚ ਵਿਚਾਰ ਕਰਨ ਗਏ ਹੋਗੇ, ਮੈਨਸ ਐਸਟ੍ਰੇਂਜਮੈਂਟ ਫਰੋਮ ਅ ਮੈਨ ਮੇਡ ਵਰਲਡ, ਕਿ ਕਿਸ ਤਰ੍ਹਾਂ ਮਨੁੱਖ ਜਿਹੜਾ ਆ ਉਹ ਮਤਲਬ ਕਿ ਦੂਰ ਹੀ ਬਣਾ ਰਿਹਾ ਹੈ ਆਪਣੇ ਮੈਨ ਮੇਡ ਵਰਲਡ ਤੋਂ, ਯਾਨੀ ਕਿ ਉਹ ਕਹਿੰਦੇ ਪੋਇਟ ਨੂੰ ਇੱਦਾਂ ਲੱਗ ਰਿਹਾ ਸੀ ਕਿ ਉਹਦੇ ਫਾਦਰ ਸਾਹਿਬ ਹੁਣੇ ਕਰ ਰਹੇ ਹੋਗੇ, ਆਹ ਕਰ ਰਹੇ ਹੋਗੇ, ਤੇ ਉਹ ਇਸੇ ਤਰ੍ਹਾਂ ਹੀ ਉਹ ਸੋਚਦਾ ਕਿ ਉਹਦੇ ਫਾਦਰ ਸਾਹਿਬ ਜਿਹੜੇ ਹੁਣ ਟੋਇਲਟ ਗਏ ਆ ਤੇ ਉੱਥੇ ਉਹ ਸੋਚ ਵਿਚਾਰ ਕਰਦੇ ਹੋਣਗੇ, ਉੱਥੇ ਉਹ ਜ਼ਰੂਰ ਸਮਾਜ ਦੇ ਜਿਹੜੇ ਹੈਗੇ ਆ ਇਸ ਗੱਲ ਬਾਰੇ ਸੋਚਦੇ ਹੋਣਗੇ ਕਿ ਕਿੱਦਾਂ ਮਨੁੱਖ ਜਿਹੜਾ ਦੂਸਰੇ ਮਨੁੱਖਾਂ ਤੋਂ ਦੂਰ ਹੋ ਰਿਹਾ ਹੈ, ਕਿ ਉਹ ਬੜਾ ਮਟੀਰੀਅਲਿਸਟਿਕ ਹੋ ਰਿਹਾ। ਕਮਿੰਗ ਆਊਟ, ਜਦੋਂ ਉਹ ਬਾਹਰ ਆਉਂਦੇ ਆ, ਹੀ ਟ੍ਰੈਂਬਲਸ ਐਟ ਦ ਸਿੰਕ, ਦ ਕੋਲਡ ਵਾਟਰ ਰਨਿੰਗ ਓਵਰ ਹਿਜ਼ ਬਰਾਊਨ ਹੈਂਡਸ, ਕਹਿੰਦੇ ਉਹ ਜਦੋਂ ਬਾਹਰ ਆਉਂਦੇ ਆ ਤਾਂ ਉਹ ਸਿੰਕ ਦੇ ਕੋਲ ਜਾਂਦੇ ਆ, ਸਿੰਕ ਯਾਨੀ ਕਿ ਜਿੱਥੇ ਬੇਸਿਕਲੀ ਹੱਥ ਧੋਤੇ ਜਾਂਦੇ ਆ, ਉੱਥੇ ਜਾ ਕੇ ਉਹਨਾਂ ਦੇ ਜਿਹੜੇ ਹੈਗੇ ਆ, ਲਾਈਕ ਜਦੋਂ ਹੱਥ ਧੋਂਦੇ ਆ ਤਾਂ ਠੰਡਾ ਠੰਡਾ ਪਾਣੀ ਜਿਹੜਾ ਆ ਉਹਨਾਂ ਦੇ ਹੱਥਾਂ ਉੱਤੇ ਪੈ ਰਿਹਾ ਆ, ਤੇ ਜਿਹਦੇ ਨਾਲ ਉਹ ਟ੍ਰੈਂਬਲਸ ਹੁੰਦਾ ਕੰਬਣਾ, ਉਹ ਕੰਬਦੇ ਆ ਉਹਦੇ ਨਾਲ। A few droplets cling ਹੁੰਦਾ ਚਿਪਕਣਾ, a few droplets cling to the graying hairs on his wrists, ਉਹਦੀਆਂ ਜਿਹੜੀਆਂ ਕਲਾਈਆਂ ਆ, ਰਿਸਟ ਮਤਲਬ ਗੁੱਟ ਆ, ਗੁੱਟ ਦੇ ਉੱਤੇ ਜਿਹੜੇ ਗ੍ਰੇ ਹੇਅਰ ਆ ਰਹੇ ਆ, ਗ੍ਰੇਇੰਗ ਮਤਲਬ ਗਰੋ ਹੋ ਰਹੇ ਜਿਹੜੇ ਗ੍ਰੇ ਹੇਅਰ, ਗਰੋਇੰਗ, ਲਾਈਕ ਆਪਾਂ ਕਹਿ ਸਕਦੇ ਹਾਂ ਕਿ ਇਹ ਪ੍ਰੋਸੈਸ ਦੇ ਵਿੱਚ ਹੈ, ਕਿਉਂਕਿ ਉਹਨਾਂ ਨੇ ING ਪਾਤਾ, ਗ੍ਰੇਇੰਗ, ਇਟ ਮੀਨਸ ਉਹਦੇ ਬਾਲ ਜਿਹੜੇ ਵੱਧਦੀ ਉਮਰ ਕਾਰਨ ਗ੍ਰੇ ਹੋ ਰਹੇ ਆ ਹੁਣ, ਉਹ ਵਾਲਾਂ ਦੇ ਉੱਤੇ ਕੀ ਆ ਰਹੇ ਆ, ਉਹਨਾਂ ਵਾਲਾਂ ਦੇ ਉੱਤੇ ਡ੍ਰੌਪਲੇਟਸ ਕਲਿੰਗ ਹੋ ਜਾਂਦੀਆਂ, ਚਿਪਕ ਜਾਂਦੀਆਂ ਕੁਝ ਪਾਣੀ ਦੀਆਂ ਬੂੰਦਾਂ, ਠੀਕ ਆ। ਸੋ ਇਸ ਤਰ੍ਹਾਂ ਉਹ ਇਸ ਪੈਰੇ ਦੇ ਵਿੱਚ ਵੀ ਸਾਨੂੰ ਇਹੀ ਦੱਸਦੇ ਆ ਕਿ ਕਿਸ ਤਰ੍ਹਾਂ ਉਹਦੇ ਫਾਦਰ ਕੀ ਕਰਦੇ ਆ ਤੇ ਕੀ ਨਹੀਂ ਕਰਦੇ, ਠੀਕ ਹੈ, ਕਿ ਉਹਨਾਂ ਦੀ ਪ੍ਰਤੀਕਿਰਿਆ ਹੁੰਦੀ ਆ ਜਦੋਂ ਘਰ ਆਉਂਦੇ ਆ ਉਹਨਾਂ ਦੇ ਫਾਦਰ ਸਾਹਿਬ, ਤਾਂ ਉਹਨਾਂ ਬਾਰੇ ਉਹ ਸਾਨੂੰ ਦੱਸਦੇ ਆ ਕਿ ਉਹ ਕੀ ਪ੍ਰੋਗਰੈਸ ਆ ਜਾਂ ਕੀ ਉਹ ਕਰਦੇ ਘਰ ਆ ਕੇ। 4th ਸਟੈਂਜਾ ਕੀ ਆ, ਹਿਜ਼ sullen children have often refused to share jokes and secrets with him. sullen children ਮਤਲਬ ill tempered, ਜਿਹੜੇ ਕਿ ਬੁਰਾ ਵਿਵਹਾਰ ਕਰਨ ਵਾਲੇ ਹੋਣ ਜਾਂ ਜਿਨ੍ਹਾਂ ਦਾ ਗੁੱਸਾ, ਜਿਨ੍ਹਾਂ ਨੂੰ ਜਲਦੀ ਆ ਜਾਂਦਾ ਆ, ਉਹਦੇ ਬੱਚੇ ਆਪਣੇ ਫਾਦਰ ਦੇ ਨਾਲ ਗੱਲਬਾਤ ਕਰਨੋਂ ਚੰਗਾ ਨਹੀਂ ਸਮਝਦੇ, ਠੀਕ ਆ, ਉਹ ਰਿਫਿਊਜ਼ ਕਰ ਦਿੰਦੇ ਉਹਦੇ ਨਾਲ ਹਾਸਾ ਮਜ਼ਾਕ ਕਰਨਾ, ਆਪਣੇ ਜੋਕਸ ਸ਼ੇਅਰ ਕਰਨੇ ਜਾਂ ਆਪਣੇ ਸੀਕ੍ਰੇਟਸ ਨਹੀਂ ਉਹਦੇ ਨਾਲ ਸ਼ੇਅਰ ਕਰਦੇ। ਹੀ ਵਿਲ ਨਾਓ ਗੋ ਟੂ ਸਲੀਪ ਲਿਸਨਿੰਗ ਟੂ ਦ ਸਟੈਟਿਕ ਔਨ ਦ ਰੇਡੀਓ। ਸਟੈਟਿਕ ਮੀਨਸ ਕਿ ਸਟੈਟਿਕ ਅਸੀਂ ਕਹਿ ਸਕਦੇ ਹਾਂ ਜੋ ਟੀਵੀ ਦੇ, ਜੋ ਰੇਡੀਓ ਦੇ ਉੱਤੇ ਚੱਲ ਰਿਹਾ ਹੋਵੇ, ਲਾਈਕ ਚਾਹੇ ਉਹ ਮਿਊਜ਼ਿਕ ਹੋਵੇ, ਚਾਹੇ ਕੋਈ ਖਬਰ ਹੋਵੇ, ਜੋ ਵੀ ਯਾਨੀ ਕਿ ਰੇਡੀਓ ਦੇ ਉੱਤੇ ਚੱਲ ਰਿਹਾ ਉਹਨੂੰ ਸਟੈਟਿਕ ਕਹਿ ਦਿੰਦੇ ਆ।
ਕਹਿੰਦੇ ਹੁਣ ਉਹ ਸੌਣ ਜਾਵੇਗਾ ਪਰ ਉਸ ਤੋਂ ਪਹਿਲਾਂ ਉਹ ਕੀ ਕਰੇਗਾ, ਰੇਡੀਓ ਸੁਣਨਗੇ। ਡਰੀਮਿੰਗ ਆਫ ਹਿਜ਼ ਐਂਸੈਸਟਰਸ ਐਂਡ ਗ੍ਰੈਂਡ ਚਿਲਡਰਨ, ਕਹਿੰਦੇ ਉਹ ਆਪਣੇ ਐਂਸੈਸਟਰਸ ਕੀ ਹੁੰਦੇ ਆ, ਪੂਜਵਰ, ਯਾਨੀ ਕਿ ਉਹਨਾਂ ਦੇ ਪਿਤਾ ਦਾਦਾ, ਇਹ ਸਾਰੇ ਐਂਸੈਸਟਰਸ, ਉਹਨਾਂ ਬਾਰੇ ਸੋਚਦੇ ਆ, ਉਹਨਾਂ ਬਾਰੇ ਸੁਪਨੇ ਲੈਂਦੇ ਆ, ਅਤੇ ਨਾਲੇ ਉਹ ਆਪਣੇ ਬੱਚਿਆਂ, ਆਪਣੇ ਗ੍ਰੈਂਡ ਚਿਲਡਰਨਸ ਬਾਰੇ ਵੀ ਸੁਪਨੇ ਲੈਂਦੇ ਆ। Thinking of nomads entering a subcontinent through a narrow pass. Nomads ਕੀ ਹੁੰਦੇ ਆ ਬੱਚੋ, nomads ਹੁੰਦਾ ਆ ਜਿਹੜੇ ਲਾਈਕ ਇੱਕ ਕਬੀਲੇ ਦੇ ਲੋਕ ਕਹਿ ਲਓ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਆ। ਬੇਸਿਕਲੀ ਪਰਟੀਕੂਲਰ ਕਬੀਲਾ ਨਹੀਂ ਕਹਿ ਸਕਦੇ, ਜਾਣੀ ਕਿ ਇੱਕ ਏਰੀਏ ਦੇ ਲੋਕ ਦੂਜੇ ਏਰੀਏ ਦੇ ਵਿੱਚ, ਕਹਿੰਦੇ ਉਹਨੂੰ ਸੁਪਨਾ ਇੱਦਾਂ ਆਉਂਦਾ, ਉਹ ਇੱਦਾਂ ਥਿੰਕ ਕਰਦਾ ਆ ਉਹਨਾਂ ਦੇ ਫਾਦਰ ਸਾਹਿਬ ਕਿ ਉਹ ਕੀ ਕਰ ਰਹੇ ਆ, ਕਿ ਜਿਹੜੇ ਨੋਮੇਡਸ ਆ ਉਹ ਐਂਟਰ ਕਰ ਰਹੇ ਆ ਇੱਕ ਛੋਟੇ ਏਰੀਏ ਤੋਂ ਵੱਡੇ ਕੰਟੀਨੈਂਟ ਦੇ ਵਿੱਚ ਜਾ ਰਹੇ ਆ, ਜਿੱਦਾਂ ਕਿ ਕਹਿ ਸਕਦੇ ਹਾਂ ਕਿ ਪਹਾੜੀ ਏਰੀਏ ਤੋਂ ਨਿਕਲਦੇ ਹੋਏ ਇੱਕ ਵੱਡੇ ਏਰੀਏ ਦੇ ਵਿੱਚ ਉਹ ਐਂਟਰ ਹੋ ਰਹੇ ਆ। ਹਾਂਜੀ ਸਟੂਡੈਂਟਸ, ਹੁਣ ਟਰਨ ਆ ਸਟੈਂਜਾਸ ਕਰਨ ਦੀ। ਸੋ ਬੇਸਿਕਲੀ ਸਟੈਂਜਾਸ ਕੀ ਹੁੰਦੇ ਆ, ਮੈਂ ਹਰ ਇੱਕ ਪੋਇਮ ਜਦੋਂ ਕਰਵਾਉਣੀ ਆ ਮੈਂ ਫਰਸਟਲੀ ਇਸ ਕੁਐਸਚਨ ਦਾ ਆਨਸਰ ਦਿੰਦੀ ਆ ਕਿ ਸਟੈਂਜਾਸ ਕੀ ਹੁੰਦੇ ਆ। ਸੋ ਸਟੈਂਜਾਸ ਉਹ ਹੁੰਦੇ ਆ ਜਦੋਂ ਸਾਨੂੰ ਉੱਪਰ ਇੱਕ ਇਸ ਤਰ੍ਹਾਂ ਦਾ ਪੈਰਾ ਦਿੱਤਾ ਹੁੰਦਾ ਪੋਇਮ ਦੇ ਵਿੱਚੋਂ, ਅਤੇ ਨਾਲ ਕੁਐਸਚਨਸ ਦਿੱਤੇ ਹੁੰਦੇ, ਉਹਨਾਂ ਦੇ ਅਸੀਂ ਕੀ ਕਰਨੇ ਹੁੰਦੇ ਆ, ਆਨਸਰਸ ਕਿੱਦਾਂ ਕਰਨੇ ਹੁੰਦੇ, ਆਹ ਕੁਐਸਚਨਸ ਦੇ ਆਹ ਪੋਰਸ਼ਨ ਦੇ ਵਿੱਚੋਂ ਆਨਸਰ ਫਾਈਂਡ ਕਰਨੇ ਹੁੰਦੇ ਅਤੇ ਉਹਨਾਂ ਨੂੰ ਆਪਣੀ ਲੈਂਗੁਏਜ ਦੇ ਵਿੱਚ ਲਿਖਣਾ ਹੁੰਦਾ, ਠੀਕ ਹੈ। ਔਰ ਇਹ ਜਿਹੜੇ ਸਟੈਂਜਾਸ ਦੇ ਆਨਸਰ ਅਸੀਂ ਕਰਨੇ ਹੁੰਦੇ ਆ ਨਾ, ਇਹ ਯਾਦ ਰੱਖਿਓ ਕਦੇ ਵੀ ਵਰਡ ਟੂ ਵਰਡ ਨਾ ਦਿਓ, ਇਹ ਤੁਸੀਂ ਪ੍ਰੋਪਰ ਇੱਕ ਲਾਈਨ ਬਣਾ ਕੇ ਲਿਖ ਦਿਓ। ਸੋ ਉਹਦੇ ਨਾਲ ਤੁਹਾਡੇ ਮਾਰਕਸ ਜਿਹੜੇ ਅੱਛੇ ਆਉਣ ਦੇ ਮਤਲਬ ਚਾਂਸਿਸ ਬਣ ਜਾਂਦੇ ਆ। ਸੋ ਫਸਟ ਸਟੈਂਜਾ ਜਿਹੜਾ ਆ ਉਹ ਫਸਟ ਪੈਸੇਜ ਦੇ ਅਕੋਰਡਿੰਗ ਹੀ ਆ, ਅਤੇ ਇਹਦੇ ਕੁਐਸਚਨਸ ਦੇਖ ਲਓ। ਨੇਮ ਦਾ ਪੋਇਮ ਐਂਡ ਦਾ ਪੋਇਟ, ਹਰ ਵਾਰ ਦੀ ਤਰ੍ਹਾਂ ਜੋ ਮੈਂ ਇੱਕ ਪਹਿਲੇ ਕੁਐਸਚਨ ਨੂੰ ਲੈ ਕੇ ਕਹਿੰਦੀ ਕਿ ਪਹਿਲਾ ਕੁਐਸਚਨ ਪੋਇਮ ਅਤੇ ਪੋਇਟ ਦਾ ਆਉਣਾ ਹੀ ਆਉਣਾ। ਸੋ ਪੋਇਟ ਦਾ ਨਾਮ ਅਤੇ ਪੋਇਮ ਦਾ ਨਾਮ ਤੁਹਾਨੂੰ ਯਾਦ ਹੋਣਾ ਹੀ ਚਾਹੀਦਾ, ਠੀਕ ਹੈ। ਇਹ ਮੋਸਟ ਇੰਪੋਰਟੈਂਟ ਗੱਲ ਆ ਕਿ ਪੋਇਮ ਦਾ ਨਾਮ ਅਤੇ ਪੋਇਟ ਦਾ ਨਾਮ ਤੁਹਾਨੂੰ ਲਾਈਨਸ ਦੇਖ ਕੇ ਪਤਾ ਹੋਵੇ। ਸੋ ਅਸੀਂ ਕੀ ਲਿਖਾਂਗੇ ਇਹਦਾ ਆਨਸਰ, ਦ ਨੇਮ ਆਫ ਦ poem is the father, sorry the ਨਹੀਂ ਹੈਗਾ, the name of the poem is father returning home, ਯਾਦ ਰੱਖਣਾ father ਦੀ F, returning ਦੀ R and home ਦੀ H, ਕੈਪੀਟਲ ਹੋਣੇ ਚਾਹੀਦੇ, ਤੇ ਇਹ ਤਿੰਨੋਂ ਵਰਡ ਕੋਮਾਸ ਦੇ ਵਿੱਚ ਲਿਖਣਾ। ਦੈਨ ਫੁੱਲ ਸਟਾਪ ਲਗਾ ਕੇ it is written by ਦਿਲੀਪ ਚਿਤਰੇ, ਦਿਲੀਪ ਚਿਤਰੇ ਦੇ ਵੀ D and C ਕੈਪੀਟਲ ਹੋਵੇ, ਤੁਸੀਂ ਇਹਨੂੰ ਵੀ ਕੋਮਾਸ ਦੇ ਵਿੱਚ ਲਿਖ ਸਕਦੇ ਹੋ। Second question, what is the condition of the eyes of the poet's father? poet ਦੇ father ਦੀਆਂ eyes ਦੀ condition ਕੀ ਸੀਗੀ, ਉਹਨਾਂ ਦੀ eyes ਦੀ condition ਕੀ ਸੀ, dim ਸੀ ਨਾ, ਇੱਥੇ ਕਿਤੇ ਆਉਣਾ ਆ ਲਿਖਿਆ ਹੋਇਆ, ਹਾਂਜੀ his eyes dimmed by age ਦੇ ਕਰਕੇ ਉਹਨਾਂ ਦੀਆਂ eyes ਕੀ ਸੀ, dim ਸੀ। ਤੇ ਇੱਦਾਂ ਵੀ ਅਸੀਂ ਲਿਖ ਸਕਦੇ ਹਾਂ ਕਿਉਂਕਿ ਆਲਮੋਸਟ ਇਹ ਲਾਈਨ ਬਣੀ ਹੀ ਹੋਈ ਆ, ਜਾਂ ਅਸੀਂ ਇਹਨੂੰ ਲਿਖ ਸਕਦੇ ਹਾਂ ਹਿਜ਼ ਆਈਜ਼ ਆਰ ਡਿਮਡ ਬਿਕਾਜ਼ ਆਫ ਦਾ ਓਲਡ ਏਜ, ਜਾਂ ਫਿਰ ਬਿਕਾਜ਼ ਆਫ ਹਿਜ਼ ਓਲਡ ਏਜ। ਓਕੇ, ਸੀ ਕੁਐਸਚਨ, what is wrong with the clothes of the commuter described by the poet? ਕੰਮਿਊਟਰ ਇੱਥੇ ਕਿਹਨੂੰ ਕਿਹਾ ਗਿਆ, ਫਾਦਰ ਨੂੰ, ਕਿ ਕੰਮਿਊਟਰ ਦੀ ਜਿਹੜੇ ਕੱਪੜੇ ਆ ਉਹਦੇ ਬਾਰੇ ਸਾਨੂੰ ਕੀ ਦੱਸਿਆ ਪੋਇਟ ਨੇ, ਕਿ ਉਹਦੇ ਕੱਪੜਿਆਂ 'ਚ ਕੀ ਰੋਂਗ ਚੀਜ਼ ਆ। ਉਹਦੇ ਕੱਪੜੇ ਕੀ ਹੋਏ ਸੀ, ਗਿੱਲੇ ਹੋਏ ਸੀਗੇ, ਇੱਦਾਂ ਹੀ ਆ ਨਾ, ਇੱਥੇ ਕਿਤੇ ਲਿਖਿਆ ਹੋਣਾ, ਯੈਸ ਆਹ ਦੇਖੋ ਸ਼ਰਟ ਐਂਡ ਪੈਂਟਸ ਵਰ ਸੌਗੀ। ਉਹਦੇ ਕੱਪੜਿਆਂ ਦੇ ਬਾਰੇ ਕੀ ਦੱਸਿਆ ਕਿ ਉਹਦੇ ਕੱਪੜੇ ਗਿੱਲੇ ਹੋਏ। ਅਸੀਂ ਚਾਹੇ ਤਾਂ ਇੱਦਾਂ ਹੀ ਲਿਖ ਸਕਦੇ ਹਾਂ, ਬਟ ਲਾਈਨ ਬਣਾ ਕੇ ਲਿਖਣਾ, ਡਾਇਰੈਕਟ ਇੱਦਾਂ ਨਹੀਂ ਲਿਖਣਾ। ਸਾਨੂੰ ਇਹ ਸਿਰਫ ਆਈਡੀਆ ਦਿੰਦਾ ਇਹ ਪੈਰਾ, ਲਿਖਣਾ ਅਸੀਂ ਆਪਣੇ ਅਕੋਰਡਿੰਗ ਆ, ਸੈਂਟੈਂਸ ਬਣਾ ਕੇ। ਸੈਂਟੈਂਸ ਦੇ ਵਿੱਚ ਸਿੰਪਲੀ ਲਿਖ ਦਿਓ ਹਿਜ਼ ਕਲੋਥਸ ਆਰ ਬਿਟ ਵੈਟ ਐਂਡ ਸੌਫਟ, ਜਾਂ ਫਿਰ ਹਿਜ਼ ਕਲੋਥਸ ਆਰ ਸੌਗੀ। What does, fourth question, what does the passage tell you about the weather in the late evening? late evening ਦਾ weather ਸਾਨੂੰ ਕੀ ਦੱਸਿਆ, humid ਦੱਸਿਆ ਨਾ, humid ਮਤਲਬ ਗਿੱਲਾ ਜਿਹਾ ਹੋਣਾ, warm and damp. It is warm and damp. ਆਨਸਰ ਕੀ ਲਿਖਾਂਗੇ ਅਸੀਂ, it is warm and damp. Next passage number 2, ਇਹ ਸਟਾਰਟ ਹੁੰਦਾ now ਤੋਂ ਲੈ ਕੇ onward ਤੱਕ। ਤੇ ਇਹਦਾ ਕੁਐਸਚਨ ਦੇਖੋ ਜੀ, ਫਸਟ ਕੁਐਸਚਨ ਅਗੇਨ, ਨੇਮ ਦਾ ਪੋਇਮ ਐਂਡ ਦਾ ਪੋਇਟ। ਓਕੇ, ਸੇਮ ਅਸੀਂ ਉਹ ਆਨਸਰ ਲਿਖ ਦੇਣਾ ਆ। ਗਿਵ ਦਾ ਫਿਗਰ ਆਫ ਦਾ ਸਪੀਚ, ਸੌਰੀ ਇੱਕ ਮਿੰਟ, ਅਗਰ ਤੁਹਾਨੂੰ ਬੱਚੋ ਮੈਂ ਇੱਕ ਚੀਜ਼ ਕਵਰ ਕਰ ਦੇਵਾਂ, ਅਗਰ ਤੁਹਾਨੂੰ ਇੱਦਾਂ ਦੱਸਿਆ ਆ
ਕਿ ਅਗਰ ਪਹਿਲਾਂ ਪੋਇਮ ਦਾ ਨਾਮ ਪੁੱਛਿਆ ਤਾਂ ਤੁਸੀਂ ਆਨਸਰ ਦੇ ਵਿੱਚ ਪੋਇਮ ਦਾ ਨਾਮ ਹੀ ਪਹਿਲਾਂ ਲਿਖਣਾ, ਅਗਰ ਪੋਇਟ ਦਾ ਨਾਮ ਪਹਿਲਾਂ ਪੁੱਛਿਆ ਤਾਂ ਤੁਸੀਂ ਪੋਇਟ ਦਾ ਨਾਮ ਪਹਿਲਾਂ ਲਿਖਣਾ। ਓਕੇ, ਸੋ ਇਹ ਚੀਜ਼ ਯਾਦ ਰੱਖਣੀ ਆ। ਸੋ ਬੀ ਕੁਐਸਚਨ, ਗਿਵ ਦ ਫਿਗਰ ਆਫ ਦ ਸਪੀਚ used in lines। ਨਾਓ ਆਹ ਵਾਲੀਆਂ ਲਾਈਨਸ ਦੇ ਵਿੱਚ ਕਹਿੰਦੇ ਫਿਗਰ ਆਫ ਸਪੀਚ ਦੱਸੋ ਕਿ ਕਿਹੜੀ ਸਪੀਚ ਹੈ ਇਹਦੇ ਵਿੱਚ। ਨਾਓ I can see him getting off the train like a word dropped from a long sentence। ਇਹਦੇ ਵਿੱਚ ਆ ਜਿਹੜਾ ਹੈਗਾ ਆ ਇਹ ਆ ਫਿਗਰ ਆਫ ਦਾ ਸਪੀਚ। ਫਿਗਰ ਆਫ ਦਾ ਸਪੀਚ ਕੀ ਆ? ਸਿਮਾਈਲ। ਠੀਕ ਹੈ, ਯਾਦ ਰੱਖੋ ਬੱਚੋ ਸਿਮਾਈਲ ਕੀ ਹੁੰਦਾ, ਮੈਂ ਤੁਹਾਨੂੰ ਇੱਕ ਪੋਇਮ ਦੇ ਵਿੱਚ ਆਲਰੇਡੀ ਦੱਸ ਚੁੱਕੀ ਹਾਂ, ਬਰੀਫਲੀ ਸਮਝਾ ਚੁੱਕੀ ਹਾਂ ਇਹਦੇ ਬਾਰੇ। ਤੁਸੀਂ ਉਸ ਪੋਇਮ ਨੂੰ ਜਾ ਕੇ ਨਾਲ ਦੇਖ ਸਕਦੇ ਹੋ, ਉਹ ਵੀ ਬਹੁਤ ਬੈਨੀਫੀਸ਼ੀਅਲ ਆ, ਤੁਹਾਡੇ ਹੀ ਸਿਲੇਬਸ ਦੀ ਆ। ਚਾਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਊਂਗੀ, ਜ਼ਰੂਰ ਦੇਖਿਓ। ਓਕੇ, ਸੀ ਕੁਐਸਚਨ, what does the poet's father do after crossing the railway line? ਜਦੋਂ ਪੋਇਟ ਦੇ ਫਾਦਰ ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਆ ਉਸ ਤੋਂ ਬਾਅਦ ਫਿਰ ਉਹ ਕੀ ਕਰਦੇ ਆ? ਫਿਰ ਉਹ ਐਂਟਰ ਹੁੰਦੇ ਆ ਲੇਨ ਦੇ ਵਿੱਚ। ਇਹੀ ਆ ਨਾ ਆਨਸਰ, ਐਂਟਰਸ ਦਾ ਲੇਨ। ਸੋ ਇੱਥੇ ਕੀ ਆਉਣਾ ਆ? ਆਨਸਰ ਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ? ਹੀ ਐਂਟਰਸ ਦਾ ਲੇਨ। ਸਿੰਪਲ, ਸੀ ਦਾ ਆਨਸਰ ਇੱਦਾਂ ਲਿਖਾਂਗੇ, ਹੀ ਐਂਟਰਸ ਦਾ ਲੇਨ। ਡੀ ਕੁਐਸਚਨ, ਡੂ ਦ ਸਟਿਕੀ ਚੱਪਲਸ, ਸਟਿਕੀ ਮਤਲਬ ਜਿਹੜੀਆਂ ਚਿਪਕੀਆਂ ਹੋਈਆਂ ਚਿਪ ਕਰਦੀਆਂ ਚੱਪਲਾਂ ਸੀਗੀਆਂ, of the poet's father stand in the way of his hurrying forward। ਕੁਐਸਚਨ ਦਾ ਮਤਲਬ ਇਹ ਆ ਕਿ ਜਿੱਦਾਂ ਜਿੱਦਾਂ ਪੋਇਟ ਦਾ ਫਾਦਰ ਕੀ ਆ ਜਲਦੀ ਅੱਗੇ ਵੱਧ ਰਹੇ ਆ, ਤੁਰਦੇ ਪਏ ਆ, ਪਰ ਉਹਨਾਂ ਦੀਆਂ ਚੱਪਲਾਂ ਮਰਡ ਦੇ ਨਾਲ ਭਿੱਜੀਆਂ ਹੋਈਆਂ, ਲਿਬੜੀਆਂ ਪਈਆਂ, ਉਹ ਰਸਤੇ 'ਚ ਰੁਕਾਵਟ ਪਾ ਰਹੀਆਂ ਆ? ਨਹੀਂ। ਤਾਂ ਆਨਸਰ ਕੀ ਆਊਗਾ? ਸਿੰਪਲੀ ਨੋ, ਕੋਮਾ ਪਾ ਕੇ, ਨੋ ਲਿਖ ਕੇ ਫਿਰ ਅਸੀਂ ਕੋਮਾ ਪਾਵਾਂਗੇ, ਫਿਰ ਲਿਖਾਂਗੇ ਦੇ ਡੋਂਟ। ਠੀਕ ਆ। ਫਾਦਰ ਰਿਟਰਨਿੰਗ ਹੋਮ ਦਾ ਲਾਸਟ ਸਟੈਂਜਾ ਅਸੀਂ ਦੇਖਦੇ ਹਾਂ। ਇਹਦੇ ਵਿੱਚ ਫਸਟ ਕੁਐਸਚਨ ਹੈ, ਐਕਸਪਲੇਨ ਦ ਬਿਹੇਵੀਅਰ ਆਫ ਦ ਓਲਡ ਮੈਨਸ ਚਿਲਡਰਨ ਟੂਵਰਡਸ ਹਿਮ। ਕਿ ਓਲਡ ਮੈਨ ਦੇ ਜਿਹੜੇ ਬੱਚੇ ਸੀਗੇ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਫਾਦਰ ਪ੍ਰਤੀ ਕੀ ਸੀ। ਅਸੀਂ ਦੇਖਿਆ ਨਾ ਕਿ ਉਹ ਇਨਡਿਫਰੈਂਟ ਬਿਹੇਵ ਕਰਦੇ ਸੀਗੇ, ਕੋਈ ਵੀ ਹੈਪੀਨੈਸ ਜਾਂ ਸੌਰੋ, ਕੋਈ ਵੀ ਸੀਕਰੇਟ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਉਹ ਕੀ ਕਰਦੇ ਸੀ? ਰਿਫਿਊਜ਼ ਕਰ ਦਿੰਦੇ ਸੀਗੇ, ਕਿ ਉਹ ਨਾ ਸ਼ੇਅਰ ਨਹੀਂ ਸੀ ਕਰਦੇ ਨੋਰਮਲੀ ਕੋਈ ਵੀ ਗੱਲ। ਸੋ ਅਸੀਂ ਆਨਸਰ ਕਿੱਦਾਂ ਲਿਖਾਂਗੇ? ਦ ਚਿਲਡਰਨ ਆਰ ਇਨਡਿਫਰੈਂਟ ਟੂ ਦੇਅਰ ਫਾਦਰ ਐਂਡ ਦੇ ਹੈਵ ਰਿਫਿਊਜ਼ਡ ਟੂ ਸ਼ੇਅਰ ਦੇਅਰ ਜੋਕਸ ਐਂਡ ਸੀਕਰੇਟਸ ਵਿਦ ਹਿਮ। ਜੋ ਮੈਂ ਬੋਲਿਆ ਜੇ ਤਾਂ ਤੁਹਾਨੂੰ ਤੁਸੀਂ ਜਲਦੀ ਕਵਰ ਕਰ ਲਿਆ ਦੈਨ ਓਕੇ, ਅਗਰ ਨਹੀਂ ਤਾਂ ਪਲੀਜ਼ ਪੌਜ਼ ਕਰਕੇ ਸੁਣ ਲਿਓ। ਸੈਕਿੰਡ ਕੁਐਸਚਨ ਆ, ਹਾਊ ਕੈਨ ਯੂ ਸੇ ਦੈਟ ਹਿਜ਼ ਡ੍ਰੀਮ ਮਿਰਰਸ that the old man is either thinking about his past and future। ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਓਲਡ ਮੈਨ ਜਿਹੜਾ ਜਾਂ ਤਾਂ ਆਪਣੇ ਪਾਸਟ ਬਾਰੇ ਜਾਂ ਆਪਣੇ ਫਿਊਚਰ ਬਾਰੇ ਕਿਹੜੀ ਛਵੀ ਨੂੰ ਸੋਚ ਰਿਹਾ ਆ, ਵੀ ਪਾਸਟ ਤੇ ਪਾਸਟ ਐਂਡ ਫਿਊਚਰ ਦੀ ਛਵੀ ਨੂੰ ਸੋਚ ਰਿਹਾ, ਬਟ ਤੁਹਾਨੂੰ ਕਿੱਦਾਂ ਪਤਾ ਲੱਗਾ? ਇਹ ਬੇਸਿਕਲੀ ਸਾਨੂੰ ਕਿਹਨਾਂ ਗੱਲਾਂ ਤੋਂ ਪਤਾ ਲੱਗਦਾ? ਸਾਨੂੰ ਪਤਾ ਲੱਗਦਾ ਕਿ ਉਹ ਆਪਣੇ ਐਨਸੈਸਟਰਸ ਕੀ ਪੂਰਵਜ ਪਾਸਟ ਨਾਲ ਰਿਲੇਟ ਕਰ ਗਏ, ਐਂਡ ਗ੍ਰੈਂਡ ਚਿਲਡਰਨ ਫਿਊਚਰ। ਠੀਕ ਹੈ, ਤੇ ਇਹ ਫਿਊਚਰ ਨਾਲ ਰਿਲੇਟ ਕਰ ਗਏ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਉਹ ਫਿਊਚਰ ਤੇ ਪਾਸਟ ਨਾਲ ਰਿਲੇਟ ਕਰਦਾ। ਬਟ ਅਸੀਂ ਆਨਸਰ ਦੇ ਵਿੱਚ ਕੀ ਲਿਖਾਂਗੇ? ਅਸੀਂ ਆਨਸਰ 'ਚ ਲਿਖਾਂਗੇ ਹੀ ਡ੍ਰੀਮਸ ਆਫ ਹਿਜ਼ ਐਨਸੈਸਟਰਸ ਐਂਡ ਗ੍ਰੈਂਡ ਚਿਲਡਰਨ। ਲਾਸਟ ਐਂਡ ਥਰਡ ਐਂਡ ਮੋਸਟ ਇੰਪੋਰਟੈਂਟ ਕੁਐਸਚਨ ਆ, ਡਰਾ ਅ ਪੈਨ ਪੋਰਟਰੇਟ ਆਫ ਦ ਪੋਇਟਸ ਫਾਦਰ। ਪੋਇਟ ਦੇ ਫਾਦਰ ਤੇ ਪੈਨ ਪੋਰਟਰੇਟ ਕਰੋ, ਯਾਨੀ ਕਿ ਇੱਕ ਛੋਟਾ ਜਿਹਾ ਕਰੈਕਟਰ ਸਕੈਚ ਲਿਖੋ ਫਾਦਰ ਦਾ, ਜਿਹਦੇ ਤੁਹਾਨੂੰ 1 or 2 ਮਾਰਕਸ ਮਿਲਣ। ਉਹਨਾਂ ਨੇ ਦੱਸਿਆ ਹੋਊਗਾ ਕਿ ਕਿਹੜਾ ਕੁਐਸਚਨ ਕਿੰਨੇ ਮਾਰਕਸ ਦਾ ਆ। ਅਸੀਂ ਬੇਸਿਕਲੀ ਕੀ ਲਿਖਾਂਗੇ? ਫਾਦਰ ਸੈਡ ਸੀ, ਓਲਡ ਮੈਨ ਸੀਗੇ, ਹਾਰਡ ਵਰਕਿੰਗ ਸੀ, ਤੇ ਉਹ ਲੋਕਲ ਟ੍ਰੇਨ ਦੇ ਵਿੱਚ ਐਵਰੀਡੇ ਸਫ਼ਰ ਕਰਨ ਵਾਲੇ ਵਿਅਕਤੀ ਸੀ। ਉਹਨਾਂ ਦੇ ਘਰ ਦਾ ਮਾਹੌਲ ਜਿਹੜਾ ਸੀਗਾ ਉਹ ਉੱਥੇ ਕੰਫਰਟੇਬਲ ਫੀਲ ਨਹੀਂ ਸੀ ਕਰਦੇ, ਫਰੈਂਡਲੀ ਹੋਮ ਨਹੀਂ ਸੀ ਉਹਨਾਂ ਦਾ, ਤੇ ਲੋਨ ਫੀਲ ਕਰਦੇ ਸੀ। ਇਹੀ ਸਾਰੀਆਂ ਚੀਜ਼ਾਂ ਨੂੰ ਅਸੀਂ ਇੰਗਲਿਸ਼ 'ਚ ਟਰਾਂਸਲੇਟ ਕਰਾਂਗੇ। ਸੋ ਹਾਊ ਅਸੀਂ ਲਿਖਦੇ ਹਾਂ, ਦ ਪੋਇਟਸ ਫਾਦਰ ਇਜ਼ ਅ ਸੈਡ ਓਲਡ ਮੈਨ, ਹੀ ਟਰੈਵਲਸ, ਨੈਕਸਟ ਲਾਈਨ ਕੋਮਾ ਪਾ ਕੇ, ਸੌਰੀ ਫੁੱਲ ਸਟਾਪ ਪਾ ਕੇ, he travels to work by a local train every day in Mumbai. He does not feel comfortable in his home or environment. He feels lonely even in a crowd.
He is isolated from his family and friends. He lives in a world of his own dreams. So ਕੁਝ ਇੱਦਾਂ ਦੀਆਂ ਲਾਈਨਸ ਲਿਖ ਕੇ ਅਸੀਂ ਇਸ ਕੁਐਸਚਨ ਦੇ ਆਨਸਰ ਨੂੰ ਅਟੈਂਪਟ ਕਰ ਸਕਦੇ ਹਾਂ। ਦਾ ਲਾਸਟ ਟੌਪਿਕ ਆ ਸਾਡਾ ਸੈਂਟਰਲ ਆਈਡੀਆ, ਤੇ ਸੈਂਟਰਲ ਆਈਡੀਆ ਦੇ ਵਿੱਚ ਅਸੀਂ ਕੀ ਕਰਨਾ ਆ, ਫਸਟ ਲਾਈਨ ਦੇਖੋ ਆ ਬਹੁਤ ਈਜ਼ੀ ਲਿਖਿਆ ਹੋਇਆ, ਇਹਨੂੰ ਅੱਛੇ ਤਰੀਕੇ ਨਾਲ ਸਮਝ ਲਓ, ਤੁਹਾਨੂੰ ਯਾਦ ਵੀ ਹੋ ਜਾਣਾ, ਸਿੰਪਲ ਐਂਡ ਈਜ਼ੀ ਆ ਇਹ। The central idea of this poem is modern man's alienator from the man-made world। ਕਹਿੰਦੇ ਜਿਹੜਾ ਮਨੁੱਖ ਆ ਉਹ ਅੱਜ ਦਾ ਜਿਹੜਾ ਅਜੋਕਾ ਮਨੁੱਖ ਆ ਉਹ ਇੱਕ ਆਪਣੇ ਹੀ ਸਮਾਜ ਦੇ ਵਿੱਚ, ਇੱਕ ਆਪਣੇ ਹੀ ਵਰਲਡ ਦੇ ਵਿੱਚ ਰਹਿ ਰਿਹਾ, ਉਹਦੀਆਂ ਆਪਣੀਆਂ ਹੀ ਲਾਈਕ ਜੋ ਵੀ ਹੈਗੀਆਂ ਆ, ਜੋ ਉਹਨੇ ਆਪਣੇ ਅਕੋਰਡਿੰਗ ਸੋਚਿਆ ਉਹਦੇ ਅਕੋਰਡਿੰਗ ਹੀ ਰਹਿੰਦਾ, ਉਹਨੂੰ ਦੁਨੀਆ ਦੀਆਂ ਹੋਰ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਆ। This world is full of hurry and worry। ਕਹਿੰਦੇ ਉਹਦਾ ਸਮਾਜ ਕੀ ਬਣਿਆ ਹੋਇਆ, hurry and worry ਦਾ, ਜਲਦੀ ਤੇ ਕਾਹਲੀ ਵਾਲਾ ਆ। worry ਮਤਲਬ ਟੈਨਸ਼ਨ ਵਾਲਾ, ਤੇ hurry means ਜਲਦੀ ਵਾਲਾ। ਉਹਨੂੰ ਕੰਮ ਇੰਨੇ ਹੁੰਦੇ ਆ ਤੇ ਉਹਨੂੰ ਦਿਮਾਗ ਦੀ ਟੈਨਸ਼ਨ ਇੰਨਾ ਹੀ ਹੁੰਦੀ, ਬੋਝ ਇੰਨੀ ਹੁੰਦੀ, ਉਹ ਆਲਵੇਜ਼ ਆਪਣੇ ਕੰਮਾਂ ਦੇ ਵਿੱਚ ਹੀ ਬਿਜ਼ੀ ਰਹਿੰਦਾ। nobody has time to take interest in others। ਕਿਸੇ ਕੋਲ ਕਿਸੇ ਦੇ ਲਈ ਕੋਈ ਟਾਈਮ ਨਹੀਂ ਹੈਗਾ, ਕਿਸੇ ਨੂੰ ਕੋਈ ਸੁਣੇ ਸਮਝੇ ਜਾਂ ਉਹਨੂੰ ਸਮਝਾਵੇ ਕੁਛ ਇਹੋ ਜਿਹਾ, ਕਿਸੇ ਕੋਲ ਟਾਈਮ ਨਹੀਂ। everyone do his work according to him or her। The senior citizen are neglected lot in society। senior citizen ਉਹ ਵਿਅਕਤੀ ਹੁੰਦੇ ਆ ਜਿੱਦਾਂ ਕਿ ਬਜ਼ੁਰਗ ਹੋ ਗਏ, ਉਹ ਕਹਿੰਦੇ ਆਲਮੋਸਟ ਜ਼ਿਆਦਾ, lot means ਜ਼ਿਆਦਾ, ਨਿਗਲੈਕਟ ਕੀਤੇ ਜਾ ਰਹੇ ਸੁਸਾਇਟੀ ਦੁਆਰਾ। ਨਿਗਲੈਕਟ ਮਤਲਬ ਕਿ ਕਹਿ ਲਓ ਕਿ ਆਪਾਂ ਉਹਨਾਂ ਨੂੰ ਪਿੱਛੇ ਕਰ ਦਿੰਦੇ ਹਾਂ ਵੀ ਹਾਂ ਸਿਆਣੇ ਆ ਅਸੀਂ, ਇਹ ਸਾਡੇ ਜਨਰੇਸ਼ਨ ਨਾਲ ਮੈਚ ਨਹੀਂ ਕਰਦੇ, ਇਹਨਾਂ ਨੂੰ ਗੱਲ ਨਹੀਂ ਸਮਝ ਲੱਗਦੀ, ਇਹ ਇੱਦਾਂ ਉੱਦਾਂ, ਅਸੀਂ ਬਹੁਤੀਆਂ ਗੱਲਾਂ ਉਹਨਾਂ ਨੂੰ ਸਮਝਾਉਂਦੇ ਨਹੀਂ, ਬਹੁਤੀਆਂ ਗੱਲਾਂ ਉਹਨਾਂ ਨੂੰ ਦੱਸਦੇ ਨਹੀਂ ਨਵੀਆਂ, ਰਾਈਟ, ਅਸੀਂ ਉਹਨਾਂ ਨੂੰ ਨਿਗਲੈਕਟ ਕਰਦੇ ਹਾਂ। The poem gives us a picture of a sad old man who travels to work by local train every day in the city of Mumbai। ਕਹਿੰਦੇ ਇਹ ਪੋਇਮ ਜਿਹੜੀ ਆ ਇਹ ਕਿਹਦੇ ਬਾਰੇ ਆ, ਇੱਕ ਓਲਡ ਸੈਡ ਮੈਨ ਦੇ ਬਾਰੇ ਆ, ਜਿਹੜਾ ਹਰ ਰੋਜ਼ ਟਰੈਵਲ ਕਰਦਾ ਕੰਮ ਦੇ ਲਈ, ਯਾਨੀ ਕਿ ਉਹ ਜੋਬ 'ਤੇ ਜਾਂਦਾ ਅਤੇ ਉਹ ਲੋਕਲ ਟ੍ਰੇਨ ਦੇ ਥਰੂ ਜਾਂਦਾ ਅਤੇ ਉਹ ਮੁੰਬਈ ਦੇ ਵਿੱਚ ਜਾਂਦਾ। ਹੀ ਡਜ਼ ਨਾਟ ਫੀਲ ਕੰਫਰਟੇਬਲ ਐਟ ਹੋਮ। ਉਹ ਆਪਣੇ ਘਰ ਦੇ ਵਿੱਚ ਕੰਫਰਟੇਬਲ ਫੀਲ ਨਹੀਂ ਕਰਦਾ। ਹੀ ਫੀਲਸ ਲੋਨਲੀ ਈਵਨ ਇਨ ਅ ਕਰਾਊਡ। ਕਹਿੰਦੇ ਇੰਨੀ ਭੀੜ ਹੋਣ ਦੇ ਬਾਵਜੂਦ ਵੀ ਉਹ ਅਲੋਨ ਫੀਲ ਕਰਦਾ। ਹਿਜ਼ ਆਈਸੋਲੇਸ਼ਨ ਹੁੰਦਾ ਆਪਣੇ ਨੂੰ ਅਲੱਗ ਰੱਖਣਾ, ਸੈਪਰੇਟ ਰੱਖਣਾ, ਇਕਾਂਤ ਦੇ ਵਿੱਚ ਰਹਿਣਾ। ਹਿਜ਼ ਆਈਸੋਲੇਸ਼ਨ ਇਜ਼ ਸੀਨ ਇਨ ਹਿਜ਼ ਇਨਐਬਿਲਿਟੀ ਟੂ ਹੈਵ ਡਾਇਲੋਗ ਵਿਦ ਹਿਜ਼ ਫੈਮਿਲੀ ਔਰ ਫਰੈਂਡਸ। ਕਹਿੰਦੇ ਉਹਦੀ ਇਨਐਬਿਲਿਟੀ ਇੱਥੋਂ ਹੀ ਨਜ਼ਰ ਆਉਂਦੀ ਆ ਕਿ ਉਹ ਆਪਣੀ ਫੈਮਿਲੀ ਤੋਂ ਆਈਸੋਲੇਟ ਆ, ਉਹਦੇ ਡਾਇਲੋਗਸ ਤੋਂ, ਕਿ ਉਹ ਆਪਣੀ ਫੈਮਿਲੀ ਦੇ ਨਾਲ ਇੱਕ ਅੱਧਾ ਡਾਇਲੋਗ ਜਾਂ ਆਪਣੀ ਫੈਮਿਲੀ ਅਤੇ ਆਪਣੇ ਫਰੈਂਡਸ ਨਾਲ ਕੋਈ ਗੱਲ ਹੀ ਨਹੀਂ ਕਰ ਪਾਉਂਦਾ। ਇੱਥੋਂ ਪਤਾ ਲੱਗਦਾ ਕਿ ਉਹ ਇਨਏਬਲ ਆ, ਇਨਐਬਿਲਿਟੀ ਉਹਦੇ ਵਿੱਚ ਕਿ ਉਹ ਕਿਸੇ ਨਾਲ ਗੱਲਬਾਤ ਹੀ ਨਹੀਂ ਪ੍ਰੋਪਰਲੀ ਕਰ ਪਾਉਂਦਾ ਅਤੇ ਉਹ ਆਈਸੋਲੇਟ ਰਹਿੰਦਾ ਉਹਨਾਂ ਤੋਂ। ਹੀ ਫੀਲਸ ਅਨਈਜ਼ੀ ਇਨ ਹਿਜ਼ ਪ੍ਰੈਜੈਂਟ। ਕਹਿੰਦੇ ਉਹ ਅਨਈਜ਼ੀ ਰਹਿੰਦਾ ਆਪਣੇ ਪ੍ਰੈਜੈਂਟ ਦੇ ਵਿੱਚ, ਉਹ ਕੰਫਰਟੇਬਲ ਨਹੀਂ ਫੀਲ ਕਰਦਾ। So the old man enters into the distant world of the past or into the world of his own dreams। So distant ਕੀ ਹੁੰਦਾ, far away, ਕਿਸੇ ਚੀਜ਼ ਤੋਂ ਦੂਰ ਹੋਣਾ, ਠੀਕ ਹੈ, ਕਿ old man ਕੀ ਹੈ, ਇੱਕ ਇੱਦਾਂ ਦੇ world ਦੇ ਵਿੱਚ ਐਂਟਰ ਕਰ ਜਾਂਦਾ ਜਿਹੜਾ ਕਿ ਉਹਦੇ ਤੋਂ ਬੜਾ ਹੀ ਅਲੱਗ ਹੈ ਅਤੇ ਉਹ ਆਪਣੀ ਹੀ ਦੁਨੀਆ ਦੇ ਵਿੱਚ ਗੁਆਚਿਆ ਹੋਇਆ, ਆਪਣੇ ਹੀ ਸੁਪਨਿਆਂ 'ਚ ਗੁਆਚਿਆ ਹੋਇਆ। The modern man is the alienated in a complex urban world। ਕਹਿੰਦੇ ਅਜੋਕਾ ਮਨੁੱਖ ਜਿਹੜਾ ਆ ਉਹ ਇਸੇ ਤਰ੍ਹਾਂ ਗਵਾਚਾ ਹੀ ਹੋਇਆ ਆ ਇੱਕ ਅਲੱਗ ਜਿਹੇ ਸਮਾਜ 'ਚ, ਉਹਨੂੰ ਸਮਝ ਨਹੀਂ ਆਉਂਦੀ ਮੈਂ ਕਰ ਕੀ ਰਿਹਾ ਆ। ਬਸ ਕੋਈ ਵੀ ਵਿਅਕਤੀ ਆ, ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਨਜ਼ਰ ਆਏਗਾ ਕਿ ਉਹਨਾਂ ਵਿੱਚ ਕਈ ਲੋਕ ਇੱਦਾਂ ਬਸ ਜਿਹੜੇ ਹਾਂਜੀ ਕੰਮ ਕਰਦੇ ਆ, ਸੌਂ ਜਾਂਦੇ ਆ, ਖਾਂਦੇ ਆ, ਪੀਂਦੇ, ਦੇ ਡੋਂਟ ਟਾਕ ਟੂ ਈਚ ਅਦਰ। ਉਹਨਾਂ ਕੋਲ ਇੱਕ ਦੂਸਰੇ ਲਈ ਟਾਈਮ ਨਹੀਂ ਹੈਗਾ, ਉਹਨਾਂ ਕੋਲ ਕਿਸੇ ਨੂੰ ਸੁਣਨ ਲਈ, ਕਿਸੇ ਨੂੰ ਸਮਝਣ ਲਈ ਜਾਂ ਕਿਸੇ ਨੂੰ ਕੁਛ ਰੀਅਲਾਈਜ਼ ਕਰਨ ਲਈ ਜਾਂ ਕਰਾਉਣ ਲਈ ਸਮਾਂ ਨਹੀਂ ਆ। ਦੇ ਜਸਟ ਵੇਸਟਿੰਗ ਦੇਅਰ ਟਾਈਮ। ਸੋ ਬਹੁਤ ਸਾਰੇ ਪੀਪਲ ਇੱਦਾਂ ਦੇ ਆਪਣੀ ਲੋਕੈਲਿਟੀ ਦੇ ਵਿੱਚ ਓਬਜ਼ਰਵ ਕਰਕੇ ਦੇਖੋ ਪੋਇਮ ਕਿੰਨੀ ਮਤਲਬ ਨੈਚੁਰਲ ਹੈਗੀ ਹੈ ਅਤੇ ਸਾਨੂੰ ਕਿੰਨੇ ਮੈਸੇਜ ਦਿੰਦੀ ਆ ਕਿ ਅਸੀਂ ਇੱਦਾਂ ਦੇ ਲੋਕਾਂ ਨੂੰ ਉਹ ਇੱਕ ਉਹਨਾਂ ਨੂੰ ਨੋਰਮਲ ਲਾਈਫ ਸਪੈਂਡ ਕਰਾ ਸਕਦੇ, ਉਹਨਾਂ ਨੂੰ ਇੱਕ ਫਰੈਂਡਲੀ ਨੇਚਰ ਦਿਵਾ ਸਕਦੇ ਹਾਂ ਜਦੋਂ ਅਸੀਂ ਇੱਦਾਂ ਦਾ ਕੁਛ ਮਹਿਸੂਸ ਕਰਦੇ ਹਾਂ। ਸੋ ਆਈ ਹੋਪ ਪੂਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਊਗੀ। ਜੋ ਮੈਂ ਪੋਇਮ ਸਮਝਾਈ ਹੈ ਇਹਦੇ ਨਾਲ ਦੀਆਂ ਬਹੁਤ ਸਾਰਾ ਕੰਟੈਂਟ ਹੈਗਾ ਮੇਰੀ YouTube ਚੈਨਲ 'ਤੇ। ਸੋ ਰਿਕੁਐਸਟ ਆ ਜੇ ਤੁਸੀਂ
ਸਬਸਕ੍ਰਾਈਬ ਨਹੀਂ ਕੀਤਾ ਤਾਂ ਬੱਚੋ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ, ਤੁਹਾਨੂੰ ਈਜ਼ੀਲੀ ਪਤਾ ਲੱਗ ਜਾਂਦਾ ਵੀਡੀਓਜ਼ ਦਾ। ਥੈਂਕ ਯੂ ਸੋ ਮਚ।